वो तो बाद ये बंद कर दिया। सेकंड फ्लोर पे ही एंट्री बंद कर दो। कोई प्रोसीजर बना लिया, कोई तरीका बना लिया? ਪਹਿਲਾਂ ਹੈਗਾ ਕਿ ਇਹ ਤਾਂ ਗੱਲ ਇਹ ਹੈ ਕਿ ਕੱਲ ਵੀ ਇਹ ਗੱਲ ਕੀਤੀ ਤੁਹਾਡੇ ਕੋਲ ਆਮ ਬੰਦਾ ਕੋਈ ਪਹੁੰਚ ਸਕਦਾ, ਪਰ ਸਾਡੇ ਲਈ ਥੋੜ੍ਹੀਆਂ ਦਿੱਕਤਾਂ ਵੱਧ ਗਈਆਂ। ਹਾਲਾਂਕਿ ਤੁਸੀਂ ਤੁਹਾਡੇ ਪ੍ਰਤੀ ਸਾਨੂੰ ਅਜੇ ਤੁਹਾਡੇ ਨਾਲ ਤਾਂ ਅਸੀਂ ਗੱਲ ਹੀ ਹੁਣ ਕਰ ਰਹੇ ਹਾਂ, ਪਰ ਸਿਕਿਉਰਿਟੀ ਦਾ ਜਿਹੜਾ ਸਿਸਟਮ ਹੈ, ਸਿਕਿਉਰਿਟੀ ਦੇ ਤੁਸੀਂ ਇਸ ਤਰ੍ਹਾਂ ਕਰੋ ਜੀ, ਇਹਨਾਂ ਦਾ ਬਿਹੇਵੀਅਰ ਬਿਲਕੁਲ ਸਹੀ ਹੈ। ਚੰਨੀ ਸਾਹਿਬ ਥੋੜਾ ਜਿਹਾ ਆਲਰੇਡੀ ਲਾਲ ਜੀ ਧੱਕੇ ਮਾਰਦੇ ਨੇ ਗੇਟ ਤੇ ਖੜੇ ਅਮਨ ਸਾਰੇ ਮੈਂ ਕਰਵਾ ਦੂੰਗਾ। ਤੁਸੀਂ ਇਸ ਤਰ੍ਹਾਂ ਕਰੋ, ਆਪਣੇ 3-4 ਬੰਦੇ ਕੋਈ 3-4 ਬੰਦੇ मीटिंग कर लो मेरे नाल, जो कहोगे कर देंगे। हाँ जी, परम सत्कारयोग पत्रकार साहबान, थोड़ा स्वागत है सारिਆਂ ਦਾ। मैं लगातार ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮ ਰਿਹਾ। ਜੋ ਮੈਨੂੰ ਫੀਡਬੈਕ ਮਿਲਦੀ ਹੈ, ਜੋ ਲੋਕ ਮੈਨੂੰ ਦੱਸਦੇ ਹੈ, ਜਿਸ ਤਰੀਕੇ ਦੀਆਂ ਮੁਸ਼ਕਲਾਵਾਂ ਲੋਕਾਂ ਦੇ ਸਾਹਮਣੇ ਆ ਰਹੀਆਂ, ਉਹ ਮੈਨੂੰ ਪਤਾ ਲੱਗ ਰਹੀਆਂ ਤੇ ਮੈਂ ਇੱਕ ਮੁਸ਼ਕਿਲ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਕਰਨੀ ਹੈ। ਇਹਨਾਂ ਮੁਸ਼ਕਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ। ਸੋ ਅਸੀਂ ਉਸ ਦੇ ਵਿੱਚ ਕਾਫੀ ਰਾਹਤ ਦੇਣਾ ਚਾਹੁੰਦੇ ਹਾਂ, ਜਿਹੜੀਆਂ 1-2 ਕਿਸ਼ਤਾਂ ਦੇ ਵਿੱਚ ਅਸੀਂ ਵਾਰ-ਵਾਰ ਮੀਟਿੰਗ ਕਰਕੇ ਡਿਸਕਸ ਕਰਕੇ ਇਹ ਰਾਹਤਾਂ ਦੇਵਾਂਗੇ। ਸਭ ਤੋਂ ਬੜੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ, ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀ ਹੈ, ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜ਼ਿਆਦਾ ਆਉਣ ਕਰਕੇ ਉਹ ਜਮ੍ਹਾਂ ਨਹੀਂ ਕਰਾ ਪਾਏ ਤੇ ਉਹਨਾਂ ਦੇ ਮੀਟਰ ਕੱਟ ਗਏ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਬਿਨਾਂ ਬਿਜਲੀ ਤੇ ਰਹਿ ਰਹੇ ਆ ਕੁਝ ਬੰਦੇ, ਜਿਹਨੇ ਮੇਰੇ ਦਿਲ ਨੂੰ ਬਹੁਤ ਟੁੰਬਿਆ। ਮੈਨੂੰ ਦੁੱਖ ਹੋਇਆ ਇਸ ਚੀਜ਼ ਦਾ ਕਿ ਬਿਜਲੀ ਦਾ ਮੀਟਰ ਕੱਟਿਆ ਹੋਇਆ ਹੈ ਤੇ ਉਹ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ। ਜੋ ਸਰਕਾਰੀ ਫਿਗਰ ਮੈਨੂੰ ਦਿੱਤੀ ਗਈ ਹੈ 55,000 ਤੋਂ 1 ਲੱਖ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ, ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ ਹੋਏ। ਸੋ ਉਹਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰਪੂਰਵਕ ਵਿਚਾਰ ਕੀਤਾ ਹੈ। 2 ਕਿਲੋਵਾਟ ਤੱਕ ਜਿਹੜਾ ਕੰਜ਼ਿਊਮਰ ਹੈ ਉਹ 53 ਲੱਖ ਹੈ ਪੰਜਾਬ ਦੇ ਵਿੱਚ। ਟੋਟਲ 72 ਲੱਖ ਕੰਜ਼ਿਊਮਰ ਹੈ। ਸੋ ਲਗਭਗ 75-80% ਕੰਜ਼ਿਊਮਰ ਹੈ ਜਿਹੜਾ ਉਹ 2 ਕਿਲੋਵਾਟ ਦੇ ਵਿੱਚ ਆ ਜਾਂਦਾ ਹੈ। ਤੇ ਮੈਂ ਜੋ ਸਰਵੇ ਕਰਾਇਆ ਹੈ, ਜੋ ਮੈਂ ਦੇਖਿਆ, ਇਹ ਜਿਹੜੇ 2 ਕਿਲੋਵਾਟ ਤੱਕ ਦਾ ਕੰਜ਼ਿਊਮਰ ਹੈ ਇਹ ਜ਼ਿਆਦਾ ਡਿਫਾਲਟਰ ਹੈ, ਇਸ ਤੋਂ ਬਿੱਲ ਨਹੀਂ ਦੇ ਪਾ ਰਹੇ, ਇਹਨਾਂ ਦੇ ਕਨੈਕਸ਼ਨ ਕੱਟੇ ਗਏ ਹੈ। ਸੋ ਅੱਜ ਅਸੀਂ ਫੈਸਲਾ ਕੀਤਾ ਹੈ ਕਿ 2 ਕਿਲੋਵਾਟ ਦੇ ਕੰਜ਼ਿਊਮਰ ਦੇ 2 ਕਿਲੋਵਾਟ ਦੇ ਤੱਕ ਦੇ, ਚਾਹੇ ਉਹਦਾ 1 ਕਿਲੋਵਾਟ ਲੋਡ ਹੈ, ਚਾਹੇ ਉਹਦਾ 500 ਵਾਟ ਲੋਡ ਹੈ, ਚਾਹੇ 1.5 ਕਿਲੋਵਾਟ ਲੋਡ ਹੈ, 2 ਕਿਲੋਵਾਟ ਤੱਕ ਦੇ ਕੰਜ਼ਿਊਮਰ ਜਿੰਨੇ ਹੈਗੇ ਆ ਪੰਜਾਬ ਦੇ ਵਿੱਚ, ਜਿਹੜੇ ਕਿ ਲਗਭਗ 80% ਹੈ ਜਾਂ 75% ਹੈ ਟੋਟਲ ਆਬਾਦੀ ਦੇ, ਉਹਨਾਂ ਦਾ ਪਿਛਲਾ ਜਿਹੜਾ ਬਿੱਲ ਆਇਆ ਹੈ, ਜਿਹੜਾ ਪਿਛਲਾ ਬਿੱਲ ਆਇਆ ਉਹਨਾਂ ਦਾ, ਉਹਦੇ ਵਿੱਚ ਇੱਕ ਤਾਂ ਪਿਛਲੇ ਮਹੀਨੇ ਦਾ ਬਿੱਲ ਲਿਖਿਆ ਹੋਇਆ, ਇੱਕ ਬਕਾਏ ਲਿਖੇ ਹੋਏ ਹੈ ਵੀ ਤੁਸੀਂ ਇੰਨੇ ਦੇ ਡਿਫਾਲਟਰ ਹੋ। ਉਹ ਬਕਾਇਆ ਸਾਰਾ ਉਹਨਾਂ ਲੋਕਾਂ ਦਾ ਅਸੀਂ ਭਰਾਂਗੇ। ਅਸੀਂ ਸਰਕਾਰ ਨੇ ਫੈਸਲਾ ਕਰ ਲਿਆ, ਸਰਕਾਰ ਉਹਨਾਂ ਦਾ ਭਰੇਗੀ ਤੇ ਨਾਲ ਜਿਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਇਸ ਕਰਕੇ ਕੱਟੇ ਗਏ ਕਿ ਜੀ ਉਹ ਡਿਫਾਲਟਰ ਸੀਗੇ, ਉਹਨਾਂ ਦੇ ਪੈਸੇ ਨਹੀਂ ਜਮ੍ਹਾਂ ਕਰਾ ਹੋਏ, ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਦੁਬਾਰੇ ਲਗਾ ਦਿੱਤੇ ਜਾਣਗੇ ਬਿਨਾਂ ਕੋਈ ਪੈਸਾ ਲਏ। 1500 ਰੁਪਈਆ ਫੀਸ ਹੈ ਦੁਬਾਰੇ ਕਨੈਕਸ਼ਨ ਲਵਾਉਣ ਦੀ, ਉਹ ਵੀ ਉਹਨਾਂ ਦੀ ਅਸੀਂ ਭਰਾਂਗੇ, ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ ਹੈ। ਸੋ ਮੈਂ ਫੇਰ ਕਹਿਣਾ, ਪੰਜਾਬ ਦੇ ਵਿੱਚ 53 ਲੱਖ ਕੰਜ਼ਿਊਮਰ, 53 ਲੱਖ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ ਹੈ, ਜਿਹੜੇ ਬਿਜਲੀ ਦੇ ਬਕਾਏ ਨਹੀਂ ਭਰ ਪਾ ਰਹੇ, ਪਿਛਲੇ ਬਿੱਲ ਤੱਕ ਜਿਹੜਾ ਉਹਨਾਂ ਦਾ ਹੁਣ ਇਸ ਤੋਂ ਪਹਿਲਾਂ ਆਇਆ, ਜਦੋਂ ਸਾਡੀ ਸਰਕਾਰ ਇਸ ਨੇ ਹਲਫ ਲਿਆ, ਉਦੋਂ ਤੱਕ ਜਿਹੜੇ ਉਹਨਾਂ ਦੇ ਬਿੱਲ ਆਏ ਹੋਏ ਹੈ, ਉਹਨਾਂ ਦੇ ਵਿੱਚ ਜਿੰਨੇ ਬਕਾਏ ਖੜੇ ਹੈ ਉਹ ਪੰਜਾਬ ਸਰਕਾਰ ਉਹਨਾਂ ਦੇ ਭਰੇਗੀ, ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹੈ।
ਕਿਉਂਕਿ ਉਹ ਭਰ ਨਹੀਂ ਪਾ ਰਹੇ, ਕਿਉਂਕਿ ਬਕਾਇਆ ਤਾਂ ਖੜਦਾ ਹੈ ਜੇ ਉਹਦੇ ਸਮਰੱਥਾ ਨਹੀਂ ਹੈ। ਅਸੀਂ ਇਹੀ ਮਾਪਦੰਡ ਰੱਖਿਆ ਹੈ ਕਿ ਬਕਾਇਆ ਤਾਂ ਖੜਾ ਹੈ ਜੇ ਸਮਰੱਥਾ ਨਹੀਂ ਹੈ। ਜਿਹਦੇ 'ਚ ਬਿੱਲ ਭਰਨ ਦੀ ਸਮਰੱਥਾ ਨਹੀਂ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਹੈ, ਉਹਦੇ ਵਾਸਤੇ ਮੈਂ, ਉਹਦੇ ਵਾਸਤੇ ਅਸੀਂ ਸਾਰੇ ਜਣੇ ਖੜੇ ਹਾਂ ਤੇ ਉਹਦੇ ਸਾਰੇ ਬਿੱਲ ਅਸੀਂ ਅੱਜ ਪੰਜਾਬ ਸਰਕਾਰ ਨੇ ਭਰਨੇ ਹੈ। ਉਹਨਾਂ ਦੇ ਆਪਣੇ ਬਿੱਲ ਮਾਫ ਹੋ ਗਏ ਹੈ। 55,000 ਹੈ ਕਿ 55 ਲੱਖ ਹੈ? 55 ਲੱਖ ਪਰਿਵਾਰ ਹੈ, 53 ਲੱਖ ਜਿਨ੍ਹਾਂ ਦੇ 2 ਕਿਲੋਵਾਟ ਤੱਕ ਦਾ ਲੋਡ ਹੈ। ਸਾਡੇ ਸਰਕਾਰੀ ਫਿਗਰਾਂ ਦੇ ਅਨੁਸਾਰ ਡਿਫਾਲਟਰ ਉਹਨਾਂ ਦੇ ਜਿੰਨਾ ਕੋਈ ਵੀ ਡਿਫਾਲਟਰ ਹੈ ਜੇ 1 ਰੁਪਏ ਦਾ, ਚਾਹੇ ਉਹ 5,000 ਦਾ, ਚਾਹੇ 50,000 ਦਾ। ਮੈਂ ਦੇਖਿਆ ਕਈ ਤਾਂ 70 ਹਜ਼ਾਰ ਦੇ, 1 ਲੱਖ ਦੇ, 2 ਲੱਖ ਦੇ ਬਿੱਲ ਚੱਕੀ ਫਿਰਦੇ। ਕਿੱਥੇ ਤੇ ਭਰੇਗਾ ਗਰੀਬ ਆਦਮੀ? ਅਪਰੋਕਸੀਮੇਟਲੀ ਕਿੰਨਾ ਕੁ ਲੋਡ ਪਏਗਾ? ਇਹ ਲੋਡ ਅਪਰੋਕਸੀਮੇਟਲੀ 1200 ਕਰੋੜ ਰੁਪਏ ਦੇ ਲਗਭਗ ਪੰਜਾਬ ਸਰਕਾਰ ਨੂੰ ਪੈਣਾ। ਅਜੇ ਇਸ ਤੋਂ ਜ਼ਿਆਦਾ ਹੋ ਸਕਦਾ ਹੈ, ਇਹ ਅਜੇ ਅਸੀਂ ਕੈਲਕੂਲੇਟ। 5 ਸਾਲ ਤੋਂ ਡਿਫਾਲਟਰ ਹੈ, 3 ਸਾਲ ਤੋਂ। ਮੈਂ ਕਹਿੰਦਾ ਜੀ ਚਾਹੇ ਉਹ ਸਾਰੀ ਉਮਰ ਦਾ ਡਿਫਾਲਟਰ ਹੈ, ਕਿਸੇ ਨੇ ਚਾਹੇ 50 ਸਾਲ ਦੇ ਪੈਸੇ ਨਹੀਂ ਜਮ੍ਹਾਂ ਕਰਾਏ, ਚਾਹੇ 10 ਸਾਲ ਦੇ ਨਹੀਂ ਕਰਾਏ, ਚਾਹੇ 14 ਸਾਲ ਦੇ ਨਹੀਂ ਕਰਾਏ, ਚਾਹੇ 1 ਸਾਲ ਦੇ ਨਹੀਂ ਕਰਾਏ, ਚਾਹੇ 1 ਮਹੀਨੇ ਦੇ ਨਹੀਂ ਕਰਾਏ। ਜਿਹੜਾ ਪਿਛਲਾ ਬਿੱਲ ਆਇਆ ਕਿਸੇ ਦਾ, ਉਹਦੇ ਜਿਹੜਾ ਬਕਾਇਆ ਲੱਗ ਕੇ ਆਇਆ ਵਾ ਉਹ ਸਾਰਾ ਮਾਫ। ਕਿੰਨੇ ਕੁ ਸਾਲ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਐਵਰੇਜ ਕਿੰਨੇ ਕੁ ਸਾਲ ਪੁਰਾਣਾ? ਸਰ ਮੈਂ ਤਾਂ ਫੇਰ ਕਹਿ ਰਿਹਾ, ਤੁਹਾਡੇ ਪਾਸ ਬਕਾਇਆ ਤੁਹਾਡਾ ਜੇ 14 ਸਾਲ ਦਾ ਵੀ ਆ ਰਿਹਾ, ਤੁਹਾਡੇ ਬਿੱਲ ਵਿੱਚ ਆ ਗਿਆ ਨਾ, ਉਹ ਅੱਜ ਤੁਹਾਡੇ ਬਿੱਲ 'ਚ ਖੜਾ ਹੈ। ਉਹ ਜਿਹੜਾ ਤੁਹਾਡਾ ਬਕਾਇਆ ਖੜਾ ਹੈ ਉਹ ਅਸੀਂ ਉਹਨੂੰ ਦੇ ਰਹੇ। ਬਿਜਲੀ ਬੋਰਡ ਨੂੰ ਪੰਜਾਬ ਸਰਕਾਰ ਦੇਗੀ, ਦੇਣਾ ਤਾਂ ਪਏਗਾ ਸਾਨੂੰ, ਮਾਫ ਨਹੀਂ ਹੋਣਾ। ਪੰਜਾਬ ਸਰਕਾਰ ਆਏਗੀ ਅੱਗੇ ਨੂੰ, ਜੇ ਉਹਦੇ ਬਾਅਦ ਬਿੱਲ ਆਏਗਾ ਤਾਂ ਉਹਦੇ ਵਿੱਚ ਲਿਖਿਆ ਹੋਏਗਾ ਕਿ ਆ ਇੰਨਾ ਬਕਾਇਆ ਹੈ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ, ਕੰਜ਼ਿਊਮਰ ਨੂੰ ਨਹੀਂ ਦੇਣ ਦੀ ਲੋੜ। ਇਹ 1200 ਕਰੋੜ ਆਏਗਾ ਕਿੱਥੋਂ? ਚੰਨੀ ਸਾਹਿਬ 1200 ਕਰੋੜ ਅੱਜ ਮਹੀਨੇ ਤੋਂ ਹੋ ਗਿਆ ਜੀ, ਸਤੰਬਰ ਹੈ, ਅਕਤੂਬਰ ਹੈ, ਕਦੋਂ ਤੋਂ ਹੋਊਗਾ ਆਪਣਾ ਸ਼ੁਰੂ? ਮੈਂ ਫੇਰ ਦੱਸ ਰਿਹਾ ਜੀ, ਹਰ ਕਿਸੇ ਦਾ ਬਿੱਲ ਕਿਸੇ ਨਾ ਕਿਸੇ ਦਿਨ ਆਇਆ, ਚਾਹੇ 15 ਦਿਨ ਪਹਿਲਾਂ ਆਇਆ, ਚਾਹੇ 1 ਮਹੀਨਾ ਪਹਿਲਾਂ ਆਇਆ, ਚਾਹੇ ਕੱਲ ਆਇਆ। ਜਦ ਬਿੱਲ ਆਇਆ ਪਿਛਲਾ, ਅਸੀਂ ਪਿਛਲਾ ਬਕਾਇਆ ਦੇਖਣਾ। ਜਿਹੜੇ ਇਸ ਮਹੀਨੇ ਦਾ ਅਗਲਾ ਉਹਨਾਂ ਦਾ ਪੈਸਾ ਆਏਗਾ ਉਹਨਾਂ ਨੇ ਦੇਣਾ ਹੈ, ਉਹਨਾਂ ਨੇ ਅੱਗੇ ਨੂੰ ਬਿੱਲ ਜਾਰੀ ਦੇਣੇ ਹੈ। ਲੇਕਿਨ ਜਿਹੜਾ ਪੁਰਾਣਾ ਬਕਾਇਆ ਖੜਾ ਹੈ, ਜਿਹੜਾ ਕਿ ਜਿਹਦੇ ਕਰਕੇ ਲੋਕ ਪਰੇਸ਼ਾਨ ਹੈ, ਬਿੱਲ ਨਹੀਂ ਦੇ ਪਾ ਰਹੇ, ਉਹਨਾਂ ਦੇ ਕਨੈਕਸ਼ਨ ਕੱਟ ਗਏ ਹੈ। ਮੇਰੇ ਹਲਕੇ ਦੇ ਵਿੱਚ ਕੰਦੋਲਾ ਟੱਪਰੀਆਂ ਪਿੰਡ ਹੈ। ਮੈਨੂੰ ਕਿਸ ਤਰ੍ਹਾਂ ਮੈਂ ਲੋਕਾਂ ਨੂੰ ਮਿਲਿਆ, ਉਹਨਾਂ ਨੇ ਮੈਨੂੰ ਕਿਆ ਦੱਸਿਆ। ਕੰਦੋਲਾ ਟੱਪਰੀਆਂ ਪਿੰਡ ਹੈ, ਉਹ ਇੱਕ ਬੀਬੀ ਹੈ, ਉਹਦਾ ਇੱਕ ਮੁੰਡਾ ਹੈ। ਮੇਰੇ ਪਾਸ ਉਹਨਾਂ ਨੇ 25 ਚੱਕਰ ਲਾ ਲਏ ਪਿਛਲੇ 2 ਮਹੀਨੇ, ਅਜੇ ਮੈਂ ਮੁੱਖ ਮੰਤਰੀ ਨਹੀਂ ਬਣਿਆ ਸੀ। ਉਹ ਮੇਰੇ ਪਾਸ ਰੋਣੇ ਲੱਗ ਗਏ ਕਿ 70,000 ਰੁਪਇਆ ਬਿੱਲ ਮੈਂ ਕਿੱਥੇ ਦੇ ਦੇਵਾਂ, ਗਰੀਬ ਜਨਾਨੀ ਹੈ, ਵਿਧਵਾ ਹੈ, ਮੈਂ ਨਹੀਂ ਭਰ ਸਕਦੀ, ਮੇਰਾ ਬਕਾਇਆ ਆ ਰਿਹਾ। ਸੀਐਮ ਸਾਹਿਬ ਇਹਦਾ ਮੈਕੈਨਿਜ਼ਮ ਕੀ ਹੋਏਗਾ? ਮੈਕੈਨਿਜ਼ਮ ਕਿਵੇਂ ਐਡਜਸਟ ਹੋਣਗੇ? ਆਫੀਸਰਸ ਨੂੰ ਕਿਵੇਂ ਤੁਸੀਂ ਐਸੀ ਇੱਕ ਹਰ ਬਲਾਕ ਤਹਿਸੀਲ ਲੈਵਲ ਤੇ ਕਮੇਟੀ ਬਣਾ ਰਹੇ, ਜਿਹਦੇ ਵਿੱਚ ਇੱਕ ਅਫਸਰ, ਇੱਕ ਸਰਕਾਰੀ ਨੁਮਾਇੰਦਾ ਪ੍ਰਾਈਵੇਟ ਰਿਪਰੈਜ਼ੈਂਟੇਟਿਵ ਚੋਂ, ਤੇ ਇੱਕ ਉਹਨਾਂ ਦੇ ਨਾਲ ਬਿਜਲੀ ਬੋਰਡ ਦਾ ਐਸਡੀਓ ਜਾਂ ਜੇਈ ਜਾਂ ਉਹ ਆਪਣਾ ਨੁਮਾਇੰਦਾ ਲਗਾਵੇ। ਉਹਨਾਂ ਨੂੰ ਇਹ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਜਾਣਗੀਆਂ। ਉਹ ਇਹ ਦੇਖਣਗੇ ਕਿ 2 ਕਿਲੋਵਾਟ ਤੱਕ ਦਾ ਲੋਡ ਹੈ, ਇਹਦਾ ਬਣਦਾ ਦੇਣਾ। ਉਸੇ ਟਾਈਮ ਵੇਵ ਹੋ ਜਾਣਗੇ ਜਦੋਂ ਦਰਖਾਸਤ ਆ ਗਈ। ਦਰਖਾਸਤ ਦੇ ਫਾਰਮ ਵੀ ਅਸੀਂ ਭੇਜਾਂਗੇ, ਕਿਸੇ ਤੇ ਕੋਈ ਲੋੜ ਨਹੀਂ ਪਏਗਾ। ਸਰਪੰਚ ਸਹਿਬਾਨ ਇਹਦੇ ਸਾਡੀ ਮਦਦ ਕਰਨਗੇ, ਪੰਚਾਇਤਾਂ ਮਦਦ ਕਰਨਗੀਆਂ। ਹਰ ਕਿਸੇ ਤੋਂ ਜਿਹਦਾ 2 ਕਿਲੋਵਾਟ ਦਾ ਲੋਡ ਹੈ ਉਸ ਤੋਂ ਇਹ ਵੇਵ ਕਰਨ ਵਾਸਤੇ ਫਾਰਮ ਭਰਵਾਉਣਗੇ। ਸਾਡੀ ਕਮੇਟੀ ਦੇਖ ਕੇ ਉਹਨੂੰ ਮਾਫ ਕਰ ਦੇ। ਇਹਦਾ ਨੋਟੀਫਿਕੇਸ਼ਨ ਕਦ ਕਰ ਦਿੱਤਾ ਜਾਊਗਾ ਜਿਹੜਾ ਸਹੂਲਤ? ਇਹ ਜਦ ਮੈਂ ਕਹਿਤਾ ਤਾਂ ਹੋ ਗਿਆ, ਅੱਜ ਤੋਂ ਸ਼ੁਰੂ ਹੋ ਗਿਆ। ਜਿਹਦਾ ਅੱਜ ਤੱਕ ਬਿੱਲ ਆਇਆ ਹੋਇਆ ਹੈ ਉਹਦੇ ਜਿੰਨਾ ਬਕਾਇਆ ਖੜਾ ਉਹ ਮਾਫ। ਸੀਐਮ ਸਾਹਿਬ ਕੋਈ ਇਹ ਜਿਹਾ ਬਕਾਏ ਦਾ ਮਤਲਬ ਫਿਰ ਸਮਝ ਲਓ ਕਿ ਰੈਗੂਲਰ ਬਿੱਲ ਨਹੀਂ, ਜੇ ਇਸ ਮਹੀਨੇ ਦਾ ਆਇਆ ਉਹ ਬਿੱਲ ਨਹੀਂ, ਜੋ ਬਕਾਇਆ ਖੜਾ ਹੈ। ਸੀਐਮ ਸਾਹਿਬ ਇਹ ਇਹੋ ਜਿਹਾ ਕੋਈ ਮੈਕੈਨਿਜ਼ਮ ਬਣਾਇਆ ਬੰਦ ਕਰ ਦੇਂਗੇ ਹੁਣ ਤਾਂ ਤੁਸੀਂ ਬਿੱਲ ਮਾਫ ਕਰ ਦਿਓ, ਜੇ 2 ਮਹੀਨੇ ਬਾਅਦ ਫਿਰ ਉਹੀ 50,000 ਬਿੱਲ ਆ ਗਏ, ਇਹ ਜਾਣਨ ਦੀ ਇਹਦੇ ਬਾਰੇ ਅਗਲੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ, ਮੈਂ ਅਗਲੀ ਪ੍ਰੈਸ ਕਾਨਫਰੰਸ ਦੱਸਾਂਗਾ 2 ਜਾਂ 3 ਦਿਨਾਂ ਦੇ ਬਾਅਦ ਕਿ ਕਿਸ ਤਰ੍ਹਾਂ ਅਸੀਂ ਆਮ ਬੰਦੇ ਦਾ ਜਿਹੜਾ ਬਿੱਲ ਹੈ ਉਹਨੂੰ ਕੰਟਰੋਲ ਕਰ ਰਹੇ ਹਾਂ, ਤਾਂ ਕਿ ਉਹ ਉਸ ਨੂੰ
ਬਿੱਲ ਜਮ੍ਹਾਂ ਕਰਾਉਣ 'ਚ ਦਿੱਕਤ ਨਾ ਆਵੇ, ਉਹਨੂੰ ਇੰਨਾ ਕੁ ਪੈਸਾ ਪਵੇ ਕਿ ਉਹ ਚੰਗਾ ਨਿਰਵਾਹ ਕਰ ਸਕੇ। ਸੀਐਮ ਸਾਹਿਬ ਇੱਕ ਬਿਜਲੀ ਵਿਭਾਗ ਦਾ ਇਹ ਤੁਸੀਂ ਕਿੱਦਾਂ ਚੈੱਕ ਕਰੋਗੇ ਵੀ ਇਕਨੋਮਿਕਲੀ ਬੰਦਾ ਪੂਰ ਹੈ ਕਿ ਵੈਸੇ ਨਹੀਂ ਪੇ ਕਰ ਰਹੇ, ਕਿ ਇਹ ਵੀ ਬੜਾ ਵੱਡਾ ਇਸ਼ੂ ਦੇਖੋ, ਇੱਕ ਸਭ ਤੋਂ ਬੜਾ ਚੈੱਕ ਇਹ ਹੈ ਕਿ 2 ਕਿਲੋਵਾਟ ਇਕਨੋਮਿਕਲੀ ਪੂਰੇ ਲੈਂਦਾ ਹੈ। ਕਿਸੇ ਨੇ ਮੋਟਰ ਤੇ ਲਾਇਆ ਹੋਵੇ, ਕੋਈ ਮਿਡਲ ਕਲਾਸ ਦੇ ਜਿਹੜੇ ਲੋਕ ਹੈ ਇਹੀ ਥੋੜੀ ਬਿਜਲੀ ਯੂਜ਼ ਕਰ ਸਕਦੇ ਆ। ਜਿਹੜੇ ਅਮੀਰ ਆਦਮੀ ਉਹਨਾਂ ਦੇ ਤਾਂ 5-5 ਏਸੀ ਲੱਗੇ ਹੋਏ, ਉਹ ਨਹੀਂ ਅਸੀਂ ਕਰ ਰਹੇ ਚੈੱਕ। 2 ਕਿਲੋਵਾਟ ਜਿਹਦਾ ਲੋਡ ਹੈ, 2 ਕਿਲੋਵਾਟ 'ਚ ਕਾਫੀ ਕੁਝ ਆ ਜਾਂਦਾ, ਪੱਖੇ ਆ ਜਾਂਦੇ, ਕੂਲਰ ਆ ਜਾਂਦਾ, ਫਰਿੱਜ ਆ ਜਾਂਦਾ, ਟੀਵੀ ਆ ਜਾਂਦਾ ਤੇ ਕਈ ਬੱਲਬ ਆ ਜਾਂਦੇ ਆ। ਤਾਂ ਇਸ ਕਰਕੇ ਸਫੀਸ਼ੀਐਂਟ ਇਹ ਉਹ ਹੈਗਾ ਤੇ ਲੇਕਿਨ ਅੱਗੇ ਨੂੰ ਵੀ ਉਹਨਾਂ ਨੂੰ ਰੈਗੂਲਰ ਤਾਂ ਜਿਹੜੇ ਰੈਗੂਲਰ ਅੱਗੇ ਨੂੰ ਬਿੱਲ ਦੇਣਾ ਪੈਣਾ ਹੈ, ਲੇਕਿਨ ਉਹ ਬਿੱਲ ਦੇ ਵਿੱਚ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਬੜੀ ਛੇਤੀ ਮੀਟਿੰਗ ਕਰਕੇ ਕੁਝ ਰਹਿਤਾ ਸੀਐਮ ਸਾਹਿਬ ਇੱਕ ਸੀਐਮ ਸਾਹਿਬ ਦੱਸਣਾ, ਤੁਸੀਂ ਇਸ ਤੋਂ ਪਹਿਲਾਂ ਇੱਕ ਫੈਸਲਾ ਜਿਹੜੀ ਪਹਿਲੀ ਕੈਬਨਿਟ ਦੀ ਹੋਈ ਸੀ ਉਹ 'ਚ ਕੀਤਾ ਸੀਗਾ ਕਿ ਜਿਵੇਂ ਤੁਸੀਂ ਆ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਕਿ ਵੀ ਟਰਾਲੀਆਂ ਜਿਹੜੀਆਂ ਉਹ ਆਪਣੇ ਰੇਤਾਂ ਦੀ ਭਾਰ ਸਕੇ ਆਪਣੇ ਖੇਤਾਂ ਦੇ ਵਿੱਚੋਂ, ਤਾਂ ਕਿ ਜਿਹੜੀ ਠੇਕੇਦਾਰ ਸਿਸਟਮ ਹੈ ਜਾਂ ਉਹ ਮਾਫੀਆ ਖਤਮ ਹੋ ਸਕੇ। ਉਹ ਵੀ ਤੁਸੀਂ ਕੋਲ ਗਰੀਬ ਪਰਿਵਾਰ ਨੂੰ ਵੇਖ ਕੇ ਫੈਸਲਾ ਕੀਤਾ ਸੀਗਾ, ਉਹ ਵੀ ਕਦ ਤੱਕ ਸ਼ੁਰੂ ਹੋਏਗਾ? ਕਿਉਂਕਿ ਬਿਜਲੀ ਦਾ ਬੜੀ ਛੇਤੀ ਅਸੀਂ ਰੇਤ ਮਾਫੀਆ ਦਾ ਬਿਲਕੁਲ ਖਾਤਮਾ ਕਰ ਦਾਂਗੇ, ਬੜੀ ਛੇਤੀ। ਚਾਹੇ ਉਹਨੂੰ ਹਫਤਾ ਕਹਿ ਲਓ, ਚਾਹੇ ਬਸ ਅਸੀਂ ਦੇਖੋ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਹੈ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਸੁਧਾਰਿਆ ਜਾਵੇ। ਇੱਕ ਪੁਰਾਣਾ ਨੈਕਸਸ ਹੈ, ਉਹਨੂੰ ਤੋੜਨਾ ਹੈ, ਔਰ ਅਸੀਂ ਉਹਨੂੰ ਤੋੜਨ 'ਚ ਕਾਮਯਾਬ ਹੋ ਰਹੇ ਹਾਂ। ਬੜੀ ਛੇਤੀ ਤੁਸੀਂ ਦੇਖੋਗੇ ਕਿ ਰੇਤ ਮਾਫੀਆ ਖਤਮ ਹੋ ਜਾਣਾ। ਮੈਂ ਨਵੀਂ ਪਾਲਿਸੀ ਲੈ ਕੇ ਆ ਰਿਹਾ, ਉਹਦੀ ਮੇਰੀ ਤਿਆਰੀ ਚੱਲ ਰਹੀ ਹੈ। ਇਹ ਸਾਰੇ ਮਸਲੇ ਹੱਲ ਹੋ ਜਾਣਗੇ, ਤੁਸੀਂ ਵਿਸ਼ਵਾਸ ਰੱਖੋ। ਸੀਐਮ ਸਾਹਿਬ ਨੂੰ ਲੈ ਕੇ ਆਉਣਾ ਜਿਹੜਾ ਬਿਜਲੀ ਵਿਭਾਗ ਦੀ ਗੱਲ ਹੈ, ਇੱਕ ਮਿੰਟ, ਜਿਹੜਾ ਬਿਜਲੀ ਡਿਪਾਰਟਮੈਂਟ ਨੂੰ ਲੈ ਕੇ ਆ, ਇੱਕ ਬਿਜਲੀ ਮਹਿਕਮਾ ਐਸਾ ਹੈ ਜਿਹਦੇ 'ਚ ਬਿੱਲ ਜਿਹੜੇ ਵੱਧ ਆਉਂਦੇ ਆ ਉਹਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ, ਔਰ ਇੱਕ ਐਸਾ ਮਹਿਕਮਾ ਜਿੱਥੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਵੀ ਉੱਥੇ ਕੋਈ ਸੁਣਵਾਈ ਨਹੀਂ, ਵੱਧ ਆ ਗਿਆ ਤਾਂ ਆ ਗਿਆ। ਕੀ ਉਹ ਸਿਸਟਮ 'ਚ ਕਮੀ ਕਿੱਥੇ ਹੈ? ਉਹ ਸਿਸਟਮ ਅੱਗੇ ਤੋਂ ਠੀਕ ਹੋਵੇਗਾ? ਕਿਉਂਕਿ ਤੁਸੀਂ ਵੀ ਇਦਾਂ ਦੇ ਮਾਮਲੇ ਦੇਖੇ ਹੋਣੇ ਕਿ ਹੱਥ ਖੜੇ ਕਰ ਦਿੰਦੇ ਕਿ ਇਹਨਾਂ ਨੇ ਕੁਝ ਕਹਿ ਲਓ, ਇਹ ਬਾਅਦ ਸ਼ੁਰੂ ਹੋ ਜਾਏਗਾ ਕੰਮ ਪਹਿਲਾਂ। ਮੈਂ ਆਪਣੀ ਗੱਲ ਕਹਿ ਲਈ ਹੈ, ਅੱਜ ਮੈਂ ਬਿਜਲੀ ਦੇ ਬਿੱਲਾਂ ਤੱਕ ਸੀਮਤ ਹੈ, ਲੇਕਿਨ ਇਹ ਇੱਕ ਰਾਹਤ ਦਿੱਤੀ ਹੈ ਜਿਹੜੀ ਕਿ ਆਮ ਗਰੀਬ ਆਦਮੀ ਨੂੰ ਔਰ ਮਿਡਲ ਕਲਾਸ ਦੇ ਲੋਕਾਂ ਨੂੰ ਜ਼ਰੂਰੀ ਸੀ। ਉਹਨਾਂ ਦੇ ਬਿਜਲੀ ਦੇ ਬਿੱਲ ਘੱਟ ਹੋ ਰਹੇ। ਬਿਜਲੀ ਦੇ ਬਾਰੇ 'ਚ ਮੈਂ ਫਿਰ 2-3 ਦਿਨਾਂ ਦੇ ਬਾਅਦ ਤੁਹਾਡੇ ਨਾਲ ਫਿਰ ਮੁਖਾਤਬ ਹੋਊਂਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਰਾਹਤ इस्तीफा दिया उन्होंने, नाराजगी जाहिर की है, उन्होंने इस्तीफा दिया है और उन्होंने अपना एक वीडियो जारी किया है। उसमें कहीं ना कहीं आपके ऊपर निशाना साधा है कि आपने एडवोकेट जनरल, डीजीपी और जो मंत्री हैं दागी, वो आपने अपनी कैबिनेट में शामिल किए और आप ऐसे अफसरों को लगा रहे हैं जिनका इतिहास भी कहीं ना कहीं दागी है। इस बात को लेकर नाराजगी जाहिर करते हुए उन्होंने इस्तीफा दे दिया है। इस्तीफे की कॉपी सोनिया गांधी को भेजी है और बाकायदा ट्विटर पर अब लाइव होकर उन्होंने अपना वीडियो भी जारी किया। एजी और डीजी ਨੂੰ ਸਿੱਧੇ ਤੌਰ ਤੇ ਇਤਰਾਜ਼ ਉਹਨਾਂ ਦਾ ਦੇਖੋ, ਜਿਹੜਾ प्रधान होता है वो हिंदी में बोल दीजिए। जो प्रधान होता है पार्टी का वो हेड होता है, तो हेड ने परिवार में बैठकर अपनी मजबूती से बात रखकर अपनी बातों को आगे लेकर आना होता है। सो मैंने आज भी सिद्धू साहब से टेलीफोन पे बात की है कि पार्टी सुप्रीम होती है, सरकार पार्टी की आइडियोलॉजी को मानती है और उसके ऊपर चलती है। आप आओ, बैठकर बात करो, जिस तरीके से आपको कोई गलतियां लग रही हैं वो पहले भी आप कर सकते थे, आप भी आप कर सकते कोई बंदे सब दो लगाए अपने को, दो मेंबर बात करने के लिए बात करने के लिए बिहाफ ऑफ चीफ मिनिस्टर चन्नी साहब की बिहाफ पर उनको बात करने के लिए दो बंदों की ड्यूटी लगाई है, क्या प्रगट सिंह या सिंगला? प्रगट सिंह और कई मंत्री साहबान कल गए थे, आज या कल बात हो जाएगी बैठकर, वो उन पे डिपेंड करता है। ये तरीका आपके पास हमेशा रास्ते खुले, आप कह रहे हैं कि मैंने फोन पे बात की, लेकिन इस तरह से इस्तीफा देना और उसके बाद वो भी आपसे बात करके पार्टी अध्यक्ष है, आप चीफ मिनिस्टर हैं, सरकार को नुकसान पहुंचाने की कोशिश नहीं है ये? नहीं, कोई कोशिश नहीं है, इंटेंशनल कोई कोशिश नहीं है। तो उनको उनके साथ बात करेंगे बैठकर, जो भी बात होने वाली होगी हो जाएगी। बाकी ये है
ਸੀਐਮ ਬਣਨ ਤੋਂ ਬਾਅਦ ਜੋ ਇੱਕ ਮਾਹੌਲ ਪੰਜਾਬ ਦਾ ਬਣਿਆ ਸੀ ਕਿ ਹਾਂ ਚਲੋ ਬੜਾ ਚੰਗਾ ਹੋ ਰਿਹਾ ਹੈ, ਉਹ ਤਾਂ ਸਾਰਾ ਖਤਮ ਹੋ ਗਿਆ ਇੱਕ ਦਿਨ ਦੇ ਅੰਦਰ। ਕੁਛ ਨਹੀਂ ਖਤਮ ਹੁੰਦਾ, ਕੁਛ ਨਹੀਂ, ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ? ਕੁਛ ਨਹੀਂ ਖਤਮ ਹੁੰਦਾ। ਸਿੱਧੂ ਸਾਹਿਬ ਦਾ ਇੱਕ ਢੰਗ ਠੀਕ ਹੈ, ਤੁਹਾਨੂੰ ਇਸ ਢੰਗ ਨਾਲ ਮੈਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਲੇਕਿਨ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੋਂ ਮੈਂ ਥਿੜਕਣਾ ਨਹੀਂ ਹੈ। ਸਿੱਧੂ ਸਾਹਿਬ ਦਾ ਮੈਂ ਪੰਜਾਬ ਦੇ ਲੋਕਾਂ ਵਾਸਤੇ ਸੀ। ਜਦੋਂ ਤੁਸੀਂ ਸੀਐਮ ਸਾਹਿਬ ਗੱਲ ਕੀਤੀ ਉਹਨਾਂ ਨਾਲ, ਉਹਨਾਂ ਦਾ ਕੀ ਰਿਸਪੌਂਸ ਸੀ? ਦੇਖੋ, ਉਹਨਾਂ ਨੇ ਕਿਹਾ ਆਪਾਂ ਬੈਠ ਕੇ ਗੱਲ ਕਰ ਲਾਂਗੇ, ਲੇਕਿਨ ਮੈਂ ਤੁਹਾਨੂੰ, ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਟਾਈਮ ਦੇਵਾਂਗਾ। ਦੇਖੋ, ਗੱਲ ਇਹ ਹੈ ਕਿ ਇੱਕ ਸਪੈਸ਼ਲ ਪ੍ਰੋਸੀਕਿਊਟਰ ਐਸੀ ਬਹੁਤ ਤਕੜਾ ਵਕੀਲ ਔਰ ਉਹਦੇ ਨਾਲ ਕੋਈ 10 ਬੰਦਿਆਂ ਦੀ ਹੋਰ ਟੀਮ ਲੱਭ ਰਹੇ ਹੈ, ਜਿਹੜੇ ਸਾਡੇ ਇੰਪੋਰਟੈਂਟ ਮੈਸੇਜ ਉਹ ਹੈਗੇ ਹੈ, ਕੇਸ ਹੈ, ਮਾਮਲੇ ਹੈ, ਉਹਨਾਂ ਵਾਸਤੇ ਪੇਸ਼ ਹੋਣ ਵਾਸਤੇ ਉਹ ਇੱਕ ਸਪੈਸ਼ਲ ਟੀਮ, ਇੱਕ ਸਪੈਸ਼ਲ ਪ੍ਰੋਸੀਕਿਊਟਰ ਲੱਗੇਗਾ, ਉਹਦੇ ਅੰਡਰ ਚੱਲੇਗੀ। ਇਸ ਕਰਕੇ ਕਿਸੇ ਤਰ੍ਹਾਂ ਦੇ ਸ਼ੰਕੇ ਸ਼ੁਬਾ ਐਟਲੀਸਟ ਮੇਰੇ ਤੇ ਤੁਹਾਨੂੰ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਣੇ ਚਾਹੀਦੇ। ਪਾਰਦਰਸ਼ੀ ਸਾਰਾ ਕੁਝ ਕੰਮ ਹੋਏਗਾ। ਜੋ ਸਾਡੇ ਕੁਲੀਗਸ ਨੇ ਯਾਰ ਹੋਰ ਜਿੱਥੇ ਤੋਂ ਸਾਨੂੰ ਫੀਡਬੈਕ ਮਿਲੀ ਕਿਹੜੇ ਲੱਗਣੇ ਚਾਹੀਦੇ ਸੀ ਲਗਾਏ ਹੈ, ਲੇਕਿਨ ਪੰਜਾਬ ਦੇ ਲੋਕਾਂ ਦੇ ਅਨੁਸਾਰ ਹੀ ਫੈਸਲੇ ਹੋਣੇ। ਜੇ ਕਿਸੇ ਨੂੰ ਲੱਗੇਗਾ ਇਹ ਨਹੀਂ ਲਾ, ਇਹਨੂੰ ਲਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੇਰੀ ਕੋਈ ਈਗੋ ਨਹੀਂ ਹੈ ਕਿਸੇ ਵੀ ਗੱਲ ਦੇ ਵਿੱਚ। ਮੈਂ ਬਿਲਕੁਲ ਕਲੀਅਰ ਹੈ। ਜਿਸ ਗੱਲ ਦੇ ਨਾਲ ਲੋਕਾਂ ਦੇ ਵਿੱਚ ਕੋਈ ਚੰਦ ਚਰਚਾ ਗਲਤ ਜਾਂਦੀ ਹੈ, ਮੈਂ ਉਸ ਗੱਲ ਤੋਂ ਕਦੇ ਕੋਈ ਵਜਿੱਦ ਨਹੀਂ ਹੋਣ ਨੂੰ ਤਿਆਰ। ਹਾਂ, ਲੇਕਿਨ ਮੇਰੇ ਜੋ ਮਸਲੇ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਵਾਸਤੇ ਮੈਂ ਲੜਾਈ ਕਰਦਾ ਆ ਰਿਹਾ, ਮੈਂ ਉਹ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ। 1 ਇੰਚ ਵੀ ਗੁਰੂ ਦੇ ਘਰ ਤੇ ਪਿੱਛੇ ਨਹੀਂ ਹਟਾਂਗਾ। ਕਿਸੇ ਤਰ੍ਹਾਂ ਦੀ ਗਰਦਾਰੀ ਜਾਂ ਕਿਸੇ ਤਰ੍ਹਾਂ ਦੀ ਬੇਈਮਾਨੀ ਜਾਂ ਕਿਸੇ ਤਰ੍ਹਾਂ ਦੀ ਕਰਪਸ਼ਨ ਜਿੰਨੇ ਦੇਰ ਮੈਂ ਮੁੱਖ ਮੰਤਰੀਆਂ ਨਹੀਂ ਹੋਏਗੀ, ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਦੇ ਦੇਣਾ ਚਾਹੁੰਦਾ। ਬਹੁਤ ਧੰਨਵਾਦ ਤੁਹਾਡਾ। ਬੀਜੇਪੀ ਦੇ ਸੀਐਮ ਸਾਹਿਬ ਇਹ ਜੀ ਰਹਿਣਗੇ। दिल्ली में 2 किलोवाट तक जिन घरों में बिजली जा रही है वहां पर बिल की माफी की बात, लेकिन नवजोत सिंह सिद्धू पर उन्होंने कहा कि उन्होंने नवजोत सिंह सिद्धू से बात की है, कहा है कि आपस में मिलकर जो भी मसले हैं उसको सुलझा लेते हैं, बात कर लेते हैं। उन्होंने ये भी कहा कि अब नवजोत सिंह सिद्धू पर निर्भर करता है। सिद्धू ने कहा है कि वो मिलेंगे, समय देंगे। अब बात यह है कि अब नवजोत सिंह सिद्धू को तय करना है कि वो आगे बढ़ना चाहते हैं कि नहीं। दूसरा एक और बयान कि चाहे जो भी फैसले हुए हो, पार्टी पहले आती है और पार्टी के आधार पर, पार्टी की आइडियोलॉजी के को आगे रखकर ही सरकार वो चला रहे हैं। उनकी निगरानी में, उनकी अगुवाई में किसी तरह का भ्रष्टाचार नहीं होने देंगे, ये उन्होंने कहा है। कहीं ना कहीं ये भी कहने को तैयार है कि अगर कोई मसला है, कोई तकलीफ है, तो फिर उसको सुलझाने के लिए वो तैयार हैं, वो कटिबद्ध हैं कि वो साथ में लेकर चलेंगे। लेकिन उनकी निष्ठा पंजाब की जनता के साथ है। अरुण सिंह हमारे साथ लाइव जुड़ रहे हैं। चरणजीत सिंह चन्नी कहीं ना कहीं अपने आप को भी जमाते हुए, दिखाते हुए कि वो सिद्धू की परछाई में काम